ਤਜਮੁਲ ਕਲੀਮ ਜੀ ਜਿਹੜੇ ਸਨ ਉਹ ਅਹਿਲੇ ਬੈਤ ਦੀ ਜਿਹੜੀ ਮੁਹੱਬਤ ਹੈ ਉਹਨਾਂ ਦੇ ਵਿੱਚ ਕੁੱਟ-ਕੁੱਟ ਕੇ ਭਰਿਆ ਸੀ। ਜਦੋਂ ਵਾਕਿਆ ਕਰਬਲਾ ਮੈਨੂੰ ਤਜਮੁਲ ਕਲੀਮ ਜੀ ਨੇ ਸੁਣਾਇਆ ਨਾ, ਅੱਲਾ 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 ਅੱਲਾ, ਕਿ ਖੁਦ ਤੇ ਉਹ ਰੋਈ ਦੇ ਸਨ। ਉਹਨਾਂ ਸਾਨੂੰ ਵੀ ਜਿਹੜਾ ਨਾ ਉਹ ਇਸ ਹੱਦ ਤੱਕ ਰਵਾਇਆ ਕਿ ਮੈਂ ਜ਼ਿੰਦਗੀ 'ਚ ਇੰਨਾ ਜਿਹੜਾ ਨਾ ਜੀ ਉਹ ਵਾਕਿਆ ਕਰਬਲਾ ਸੁਣ ਕੇ ਨਹੀਂ ਰੋਇਆ। ਉਸਤਾਦ ਤਜਮੁਲ ਕਲੀਮ ਦੀ ਵਫਾਤ ਹੈ ਨਾ ਜੀ ਉਹ ਸਿਰਫ ਇੱਕ ਫਰਦ ਦੀ ਨਹੀਂ ਬਲਕਿ ਇੱਕ ਪੂਰੇ ਇਲਮੀ ਅਦਬੀ ਤੇ ਜਮਾਲਿਆਤੀ ਵਿਰਸੇ ਦੀ ਜੁਦਾਈ ਹੈ। ਇਹੋ ਜਿਹੇ ਚਿਰਾਗ ਸਨ ਕਿ ਜਿਨ੍ਹਾਂ ਆਪਣੇ ਲਫ਼ਜ਼ਾਂ ਦੀ ਰੋਸ਼ਨੀ ਨਾਲ ਇੱਕ ਨਸਲ ਨੂੰ ਜਿਹੜਾ ਨਾ ਰੋਸ਼ਨ ਕੀਤਾ। ਉਹਨਾਂ ਫਰਮਾਇਆ ਕਿ ਮੌਤ ਅੱਲਾਹ ਪਾਕ ਦੀ ਜਿਹੜੀਆਂ ਵੱਡੀਆਂ ਨਿਮਤਾਂ ਨੇ ਨਾ ਉਹਨਾਂ ਦੇ ਵਿੱਚੋਂ ਮੌਤ ਵੀ ਇੱਕ ਹੈ। ਗੋਲ ਸਮਝ ਕੇ ਟੁੱਕ ਸਕਿਆ ਏ, ਚੰਨ ਤੇ ਕਿਹੜਾ ਥੁੱਕ ਸਕਿਆ ਏ, ਅੱਗੇ ਹੋ ਕੇ ਜੱਫਾ ਮਾਰੋ ਮੌਤੋਂ ਕੋਈ ਲੁਕ ਸਕਿਆ है। मैं बिल्कुल भी एक शायर नहीं हाँ, आज तक एक मिसरा भी नहीं कह सकिया। बात यह है कि आदमी शायर या तो होता है या नहीं होता। मैं लफ्ज़ां दा ख्यालात दा ते चंगी गल दा जेड़ा ना वो पुजारी हाँ। ਤੇ ਉਸਤਾਦ ਤਜਮੁਲ ਕਲੀਮ ਜੀ ਕਹਿੰਦੇ ਨੇ ਯਾਸਿਨ ਬੇਟਾ ਹੁਣ ਤੇ ਇਹ ਵੀ ਨਹੀਂ ਪਤਾ ਕਿ ਈਦ ਹੁੰਦੀ ਕੀ ਏ। ਉਸਤਾਦ ਜੀ ਕਹਿੰਦੇ ਨੇ ਕਿ ਕਲੇ ਤੇ ਪਾਰ ਸੀ ਇੱਕ ਪਾਰ ਇੱਕੋ, ਕਦੇ ਉਹ ਯਾਰ ਸੀ ਇੱਕ ਯਾਰ ਇੱਕੋ, ਉਹ ਜਿੱਥੇ ਕੁੰਗਨੀਆਂ ਤੇ ਈਦ ਹੋਈ ਉਹ ਮੇਰਾ ਘਰ ਸੀ ਇੱਕ ਘਰ ਇੱਕੋ। ਰਾਏ ਨਾਸਰ ਖਲ ਸਾਹਿਬ ਉਹਨਾਂ ਲਿਖਿਆ ਕਿ ਤਜਮੁਲ ਹੋਰ ਨਹੀਂ ਹੋਣਾ ਕਦੇ ਵੀ, ਬਸ ਇਹੋ ਵਾਰ ਸੀ ਇੱਕ ਵਾਰ ਇੱਕੋ। ਜਿੱਥੇ ਉਹਨਾਂ ਦੇ ਲਫ਼ਜ਼ਾਂ ਦੇ ਵਿੱਚ ਖਨਕ ਹੋਣੀ ਚਾਹੀਦੀ ਉੱਥੇ ਖਨਕ ਹੁੰਦੀ ਸੀ, ਜਿੱਥੇ ਮੁਹੱਬਤ ਹੋਣੀ ਚਾਹੀਦੀ ਉੱਥੇ ਮੁਹੱਬਤ ਹੁੰਦੀ ਸੀ, ਜਿੱਥੇ ਨਰਮੀ ਹੋਣੀ ਚਾਹੀਦੀ ਉੱਥੇ ਨਰਮੀ ਹੁੰਦੀ ਸੀ। ਦਿਨ ਤੇ ਗਿਨ ਮੈਂ ਮਰ ਜਾਣਾ ਹੀ, ਤੇਰੇ ਬਿਨ ਮੈਂ ਮਰ ਜਾਣਾ ਹੀ। जी बिस्मिल्लाहिर्रहमानिर्रहीम। दोस्तों मैं सईद इजाज़ गिलानी उर्दू कैनेडा ऑफिशियल साडा यूट्यूब चैनल है, साडा फेसबुक पेज भी है ਤੇ ਅਸੀਂ ਤੁਹਾਡੇ ਨਾਲ ਜਿਹੜੀ ਇਹ ਮੁxtਲਿਫ ਲੋਕਾਂ ਦੀ ਮੁਲਾਕਾਤ ਕਰਵਾਉਂਦੇ ਆ ਔਰ ਉਹ ਲੋਕ ਖਾਸ ਹੁੰਦੇ ਨੇ ਜਿਨ੍ਹਾਂ ਦਾ ਸ਼ੇਰ ਅਦਬ ਨਾਲ ਇਲਮ ਨਾਲ ਕਿਤਾਬ ਦੇ ਨਾਲ ਤਾਲੁਕ ਹੁੰਦਾ ਹੈ ਔਰ ਤਖਲੀਕ ਦੇ ਨਾਲ ਖਾਸ ਤੌਰ ਤੇ ਤਾਲੁਕ ਹੁੰਦਾ ਹੈ। ਅੱਜ ਸਾਡੇ ਨਾਲ ਅਜੇ ਇੱਕ ਮਹਿਮਾਨ ਨੇ ਜਿਨ੍ਹਾਂ ਦਾ ਨਾਮ ਮੁਹੰਮਦ ਯਾਸੀਨ ਦੁਰਾਨੀ ਹੈ। ਨੌਜਵਾਨ ਨੇ ਤੈਤੁਲ ਲਫ਼ਜ਼ ਜਿਹੜਾ ਹੈ ਸ਼ੇਰ ਨੂੰ ਪੜ੍ਹਨਾ, ਗਜ਼ਲ ਨੂੰ ਪੜ੍ਹਨਾ ਔਰ ਉਹਦੇ ਇੱਕ ਅੰਦਾਜ਼ ਦੇ ਨਾਲ ਲੈ ਦੇ ਨਾਲ ਉਹ ਇਹਨਾਂ ਦਾ ਇੱਕ ਖਾਸਾ ਹੈ। ਕ੍ਰੀਏਟਿਵ ਕੰਮ ਕਰਦੇ ਨੇ, ਸੋਸ਼ਲ ਮੀਡੀਆ ਦੇ ਬੜੇ ਮਸਰੂਫ ਨੇ ਬਲਕਿ ਔਰ ਮਾਰੂਫ ਵੀ ਨੇ ਔਰ ਇਹਨਾਂ ਨੇ ਖਾਸ ਤੌਰ 'ਤੇ ਮੁxtਲਿਫ ਜਿਹੜੀਆਂ ਸ਼ਖਸੀਆਤ ਨੇ ਉਹਨਾਂ ਦੇ ਨਾਲ ਵੀ ਇੱਕ ਖਾਸਾ ਜੁੜ ਕੇ ਰਹਿ ਰਹੇ ਨੇ ਤਾਲੁਕ ਕੇ। ਤੇ ਅੱਜ ਇਹਨਾਂ ਨੇ ਸਾਨੂੰ ਟਾਈਮ ਦਿੱਤਾ ਹੈ, ਬੜੀ ਮਿਹਰਬਾਨੀ ਹੈ। ਤੇ ਅੱਜ ਦਾ ਜਿਹੜਾ ਸਾਡਾ ਗੁਫ਼ਤਗੂ ਦਾ ਜਿਹੜਾ ਅਸਲ ਮੌਜੂ ਹੈ ਉਹ ਉਸਤਾਦ ਤਜਮੁਲ ਕਲੀਮ ਹੋਰਾਂ ਦੇ ਬਾਰੇ, ਉਹਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਨਾ ਹੈ ਤੇ ਉਹਨਾਂ ਦਾ ਜਿਹੜਾ ਫਨ ਹੈ, ਫਿਕਰ ਹੈ, ਉਹਨਾਂ ਦੀ ਸ਼ਾਇਰੀ ਹੈ, ਉਹਦੇ ਬਾਰੇ ਇੱਕ ਕਰੀਬੀ ਸ਼ਾਗਿਰਦ ਹੋਣ ਦੇ ਨਾਲ ਦੇ ਉਹਨਾਂ ਨੂੰ ਪੁੱਤਰ ਹੀ ਕਹਿੰਦੇ ਸੀ ਤੇ ਅੱਜ ਇਹ ਸਾਡੇ ਨਾਲ ਉਹ ਸਾਂਝ ਪਾਉਣਗੇ ਤੇ ਅਸੀਂ ਇਹਨਾਂ ਦਾ ਸ਼ੁਕਰੀਆ ਵੀ ਅਦਾ ਕਰਨੇ ਆ। ਤੇ ਅੱਜ ਸਾਨੂੰ ਉਮੀਦ ਵੀ ਹੈ ਕਿ ਇਹ ਜਿਹੜੀਆਂ ਵੀ ਇਹਨਾਂ ਨੇ ਆਬਜ਼ਰਵੇਸ਼ਨਸ ਨੇ ਉਸਤਾਦ ਜੀ ਦੀ ਸ਼ਖਸੀਅਤ, ਉਹਨਾਂ ਦੀ ਜ਼ਿੰਦਗੀ, ਉਹਨਾਂ ਦੇ ਫਨ, ਉਹਨਾਂ ਦੇ ਫਿਕਰ ਦੇ ਬਾਰੇ, ਉਹਨਾਂ ਦੀ ਸ਼ਾਇਰੀ ਦੇ ਬਾਰੇ ਉਹ ਸਾਨੂੰ ਸੁਣਨ ਨੂੰ ਵੀ ਮਿਲੇਗੀ ਤੇ ਸਾਡੇ ਨਾਜ਼ਰੀਨ ਵੀ ਇਹਦੇ ਤੋਂ ਫਾਇਦਾ ਉਠਾਉਣਗੇ। ਤੇ ਆਓ ਗੱਲਬਾਤ ਕਰਦੇ ਹਾਂ ਇਹਨਾਂ ਨਾਲ। जी बहुत शुक्रिया एजाज़ गिलानी साहब, बहुत शुक्रिया उर्दू कैनेडा कि तुसी एडे वड्डे महान शायर वास्ते काम कर रहे हो ਤੇ ਉਹਨਾਂ ਦੇ ਜਿੰਨੇ ਰਫਾਕਾ ਨੇ, ਮੁਤਲਕੀਨ ਨੇ, ਦੋਸਤ ਅਹਬਾਬ ਨੇ, ਉਹਨਾਂ ਨੂੰ ਗੱਲ ਕਰਨ ਦਾ ਮੌਕਾ ਦੇ ਰਹੇ ਹੋ ਤੇ ਮੈਨੂੰ ਵੀ ਤੁਸੀਂ ਜਿਹੜਾ ਨਾ ਜੀ ਇਹਦੇ ਵਿੱਚ ਮਦੂ ਕੀਤਾ ਤੇ ਮੈਂ ਤੁਹਾਡਾ ਵੀ ਬਹੁਤ ਜ਼ਿਆਦਾ ਸ਼ੁਕਰੀਆ ਅਦਾ ਕਰਨਾ। ਤੇ ਇਹ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਵਾਕਈ ਕਾਬਲੇ ਤਹਿਸੀਨ ਹੈ ਤੇ ਜ਼ਾਤੀ ਤੌਰ ਤੇ ਇਸ ਕੰਮ ਦੀ ਵਜ੍ਹਾ ਤੋਂ ਤਜਮੁਲ ਕਲੀਮ ਸਾਹਿਬ ਦੇ ਜ਼ਿਕਰ ਦੀ ਵਜ੍ਹਾ ਤੋਂ ਤਜਮੁਲ ਕਲੀਮ ਸਾਹਿਬ ਦੇ ਉੱਤੇ ਇਹ ਜਿਹੜੀ ਤੁਸੀਂ ਸੀਰੀਜ਼ ਰਿਕਾਰਡ ਕਰ ਰਹੇ ਹੋ ਇਹਦੀ ਵਜ੍ਹਾ ਤੋਂ ਮੈਂ ਤੁਹਾਡਾ ਬਹੁਤ ਜ਼ਿਆਦਾ ਮਸ਼ਕੂਰ ਹਾਂ। ਅੱਛਾ, ਉਸਤਾਦ ਤਜਮੁਲ ਕਲੀਮ ਹੋਰਾਂ ਦੀ ਜਿਹੜੀ ਜੁਦਾਈ ਹੈ, ਜਿਹੜੀ ਵਫਾਤ ਹੈ ਉਹਨਾਂ ਦੀ, ਉਹਦੇ ਤੇ ਤੁਸੀਂ ਕੀ ਕਹਿਣਾ ਚਾਹੋਗੇ? ਉਸਤਾਦ ਤਜਮੁਲ ਕਲੀਮ ਦੀ ਜਿਹੜੀ ਵਫਾਤ ਹੈ ਨਾ ਜੀ ਉਹ ਸਿਰਫ ਇੱਕ ਫਰਦ ਦੀ ਨਹੀਂ ਬਲਕਿ ਇੱਕ ਪੂਰੇ ਇਲਮੀ ਅਦਬੀ ਤੇ ਜਮਾਲਿਆਤੀ ਵਿਰਸੇ ਦੀ ਜੁਦਾਈ ਹੈ। ਤੇ ਉਸਤਾਦ ਤਜਮੁਲ ਕਲੀਮ ਜੀ ਇਹੋ ਜਿਹੇ ਚਿਰਾਗ ਸਨ ਕਿ ਜਿਨ੍ਹਾਂ ਆਪਣੇ ਲਫ਼ਜ਼ਾਂ ਦੀ ਰੋਸ਼ਨੀ ਨਾਲ ਇੱਕ ਨਸਲ ਨੂੰ ਜਿਹੜਾ ਨਾ ਰੋਸ਼ਨ ਕੀਤਾ। ਤਜਮੁਲ ਕਲੀਮ ਜੀ ਨੂੰ ਕਿਸੇ ਨੇ ਪੁੱਛਿਆ ਵੀ ਤੁਸੀਂ ਜਿਹੜਾ ਨਾ ਮੌਤ ਦੇ ਮੁਤਲਕ ਕੀ ਕਹਿੰਦੇ ਹੋ ਤੇ ਉਹਨਾਂ ਫਰਮਾਇਆ ਕਿ ਮੌਤ ਅੱਲਾਹ ਪਾਕ ਦੀ ਜਿਹੜੀਆਂ ਵੱਡੀਆਂ ਨਿਮਤਾਂ ਨੇ ਨਾ ਉਹਨਾਂ ਦੇ ਵਿੱਚੋਂ ਮੌਤ ਵੀ ਇੱਕ ਹੈ। ਤੇ ਉਸਤਾਦ ਤਜਮੁਲ ਕਲੀਮ ਦੇ ਦੋ ਅਸ਼ਾਰ ਮੈਨੂੰ ਨਾ ਇਹਦੇ ਤੇ ਯਾਦ ਆਏ ਨੇ। ਉਸਤਾਦ ਜੀ ਲਿਖਦੇ ਨੇ ਕਿ ਗੋਲ ਸਮਝ ਕੇ ਟੁੱਕ ਸਕਿਆ ਏ, ਚੰਨ ਤੇ ਕਿਹੜਾ ਥੁੱਕ ਸਕਿਆ ਏ, ਅੱਗੇ ਹੋ ਕੇ ਜੱਫਾ ਮਾਰੋ ਮੌਤੋਂ ਕੋਈ ਲੁਕ ਸਕਿਆ ਏ,
ਉਸਤਾਦ ਤਜਮੁਲ ਕਲੀਮ ਜੀ ਨੇ ਅੱਗੇ ਹੋ ਕੇ ਮੌਤ ਨੂੰ ਜੱਫਾ ਮਾਰਿਆ ਹੈ ਤੇ ਆਖਰੀ ਵੇਲੇ ਤੱਕ, ਆਖਰੀ ਵਕਤ ਤੱਕ ਇੱਕ ਵੀ ਐਸਾ ਤਾਸੁਰ ਉਹਨਾਂ ਦੇ ਚਿਹਰੇ ਤੇ ਮੈਂ ਨਹੀਂ ਵੇਖਿਆ ਕਿ ਜਿਹੜਾ ਮੌਤ ਦਾ ਖੌਫ ਉਹਨਾਂ ਦੇ ਚਿਹਰੇ ਤੇ ਜ਼ਾਹਰ ਕਰੇ। ਉਸਤਾਦ ਜੀ ਨਿਡਰ ਆਦਮੀ ਸੀ, ਅਣਖੀ ਆਦਮੀ ਸਨ, ਤੇ ਉਹਨਾਂ ਅੱਗੇ ਹੋ ਕੇ ਮੌਤ ਨੂੰ ਜੱਫਾ ਮਾਰਿਆ। ਅੱਛਾ, ਤੁਸੀਂ ਬੜੇ ਬਾਜ਼ੌਕ ਨੌਜਵਾਨ ਹੋ, ਸ਼ੇਰੋ ਅਦਬ ਨਾਲ ਵੀ ਤੁਹਾਡਾ ਤਾਲੁਕ ਹੈ, ਤੇ ਫਿਰ ਤੁਸੀਂ ਸਾਨੂੰ ਇਹ ਦੱਸੋ ਵੀ ਉਸਤਾਦ ਤਜਮੁਲ ਕਲੀਮ ਹੋਰਾਂ ਨਾਲ ਤੁਹਾਡੀ ਜਿਹੜੀ ਸੰਗਤ ਹੈ, ਯਾਨੀ ਪਹਿਲੀ ਮੁਲਾਕਾਤ ਕਦੋਂ ਤੇ ਕਿਵੇਂ ਹੋਈ? ਅਜੀ ਸ਼ਾਹ ਜੀ, ਬਿਲਕੁਲ ਤੁਸੀਂ ਜਿਹੜਾ ਨਾ ਇੱਕ ਬੜਾ ਅੱਛਾ ਪੁਆਇੰਟ ਜਿਹੜਾ ਨਾ ਉਹ ਤੇ ਇਹ ਮੈਨੂੰ ਗੱਲ ਕਰਨ ਦਾ ਜਿਹੜਾ ਮੌਕਾ ਉਹ ਵੀ ਤੁਸੀਂ ਦਿੱਤਾ ਹੈ ਕਿ ਉਸਤਾਦ ਤਜਮੁਲ ਕਲੀਮ ਜੀ ਦੇ ਨਾਲ ਬੈਠਕ ਇੰਨੀ ਜ਼ਿਆਦਾ ਲਗਾਓ ਕਿ ਲੋਕ ਮੈਨੂੰ ਵੀ ਜਿਹੜਾ ਨਾ ਉਹ ਸ਼ਾਇਰ ਕਹਿਣਾ ਸ਼ੁਰੂ ਹੋ ਗਏ ਸਨ। ਤੇ ਲੇਕਿਨ ਮੈਂ ਬਿਲਕੁਲ ਵੀ ਇੱਕ ਸ਼ਾਇਰ ਨਹੀਂ ਹਾਂ, ਅੱਜ ਤੱਕ ਇੱਕ ਮਿਸਰਾ ਵੀ ਨਹੀਂ ਕਹਿ ਸਕਿਆ। ਉਹ ਲਿਖਿਆ ਨਾ ਕਿਸੇ ਨੇ ਕਿ ਬਾਤ ਇਹ ਹੈ ਕਿ ਆਦਮੀ ਸ਼ਾਇਰ ਜਾਂ ਤਾਂ ਹੋਤਾ ਹੈ ਜਾਂ ਨਹੀਂ ਹੋਤਾ। ਤੋ ਅਗਰ ਮੈਂ ਸ਼ਾਇਰ ਹੁੰਦਾ ਤੇ ਹੁਣ ਤੱਕ ਮੇਰੀਆਂ ਜਿਹੜੀਆਂ ਨਾ ਉਹ ਗਜ਼ਲਾਂ ਜਿਹੜੀਆਂ ਨਾ ਉਹ ਕਾਫੀ ਜ਼ਿਆਦਾ ਆ ਚੁੱਕੀਆਂ ਹੁੰਦੀਆਂ। ਤੇ ਦੂਸਰੀ ਰਹੀ ਗੱਲ ਇਹ ਆ ਕਿ ਅਗਰ ਮੈਂ ਸ਼ਾਇਰ ਨਹੀਂ ਤੇ ਫਿਰ ਮੈਂ ਇੱਕ ਸ਼ਾਇਰ ਨੂੰ ਆਪਦਾ ਉਸਤਾਦ ਕਿਉਂ ਕਹਿਣਾ। ਉਹ ਇਹ ਆ ਕਿ ਸ਼ਾਇਰੀ ਦੇ ਨਾਲ ਜਿਹੜਾ ਮੇਰਾ ਤਾਲੁਕ ਹੈ ਉਹ ਇਸ ਹੱਦ ਤੱਕ ਹੈ ਕਿ ਮੈਂ ਲਫ਼ਜ਼ਾਂ ਦਾ, ਖਿਆਲਾਤ ਦਾ ਤੇ ਚੰਗੀ ਗੱਲ ਦਾ ਜਿਹੜਾ ਨਾ ਉਹ ਪੁਜਾਰੀ ਹਾਂ। ਉਹ ਚੰਗੀ ਗੱਲ ਭਾਵੇਂ ਮੈਨੂੰ ਇੱਕ ਮੁਸੰਨਿਫ ਕੋਲ ਮਿਲੇ, ਮੈਨੂੰ ਇੱਕ ਸ਼ਾਇਰ ਕੋਲ ਮਿਲੇ, ਮੈਨੂੰ ਇੱਕ ਅਫਸਾਨਾ ਨਿਗਾਰ ਕੋਲ ਮਿਲੇ, ਇੱਕ ਜਿਹੜਾ ਨਾ ਜੀ ਉਹ ਕਾਲਮ ਨਿਗਾਰ ਕੋਲ ਮਿਲੇ, ਉਹ ਮੈਂ ਜਿਹੜਾ ਨਾ ਉਹ ਚੋਰੀ ਅੱਗੇ ਕਰਕੇ ਤੇ ਉਹ ਆਪਦੇ ਹਿੱਸੇ 'ਚ ਲੈ ਲੈਣੀ ਹੈ। ਤਜਮੁਲ ਕਲੀਮ ਜੀ ਦੇ ਨਾਲ 4-4 5-5 ਘੰਟੇ ਦੀ ਜਿਹੜੀ ਗੁਫ਼ਤਗੂ ਹੁੰਦੀ ਸੀ, ਲਾਸ਼ਊਰੀ ਨੂੰ ਸ਼ਊਰ ਬਖਸ਼ਦੇ ਸਨ ਤੇ ਉਹ ਜਿਹੜੀਆਂ ਗੱਲਾਂ ਕਰਦੇ ਸਨ ਨਾ, ਉਹਨਾਂ ਦੀਆਂ ਗੱਲਾਂ ਨੂੰ ਜਾ ਕੇ ਮੈਂ ਸੋਚਦਾ ਸੀ, ਉਸ ਗੱਲ ਦੀ ਗੰਢ ਨੂੰ, ਗਿਰਾਂ ਨੂੰ ਮੈਂ ਖੋਲ੍ਹਦਾ ਸੀ ਤੇ ਫਿਰ ਮੈਂ ਸੋਚਦਾ ਸੀ ਕਿ ਯਾਰ ਵਾਹ, ਉਸਤਾਦ ਜੀ ਨੇ ਗੱਲ ਕੀਤੀ ਹੈ, ਇੰਨੇ ਜ਼ਿਆਦਾ ਪੁਆਇੰਟ ਇਹਦੇ ਤੋਂ ਨਿਕਲਦੇ ਨੇ। ਤੇ ਮੇਰੀ ਜਿਹੜੀ ਰੋਜ਼ਮਰਰਾ ਦੀ ਜ਼ਿੰਦਗੀ ਹੈ, ਜਦੋਂ ਮੈਂ ਪਰੇਸ਼ਾਨ ਹੁੰਦਾ ਸੀ, ਜਦੋਂ ਮੈਂ ਇੱਕ ਦੋ ਦਫਾ ਇਸ ਤਰ੍ਹਾਂ ਵੀ ਹੋਇਆ ਕਿ ਡਿਪਰੈਸ਼ਨ 'ਚ ਸੀ, ਉਸਤਾਦ ਤਜਮੁਲ ਕਲੀਮ ਜੀ ਨਾਲ ਬੈਠਕ ਹੋਈ 4-5 ਘੰਟੇ ਦੀ ਬੈਠਕ, ਤੇ ਉਹ ਬੜਾ ਬੂਸਟ ਕਰਦੀ ਹੈ, ਇੱਕ ਮੇਰੇ ਵਾਸਤੇ ਡੋਜ਼ ਜਿਹੜੀ ਹੈ ਨਾ ਉਹ ਬਣ ਕੇ ਉਹ ਸਾਬਿਤ ਹੁੰਦੀ ਹੈ। ਤੇ ਹੋਰ ਵੀ ਬੇਸ਼ੁਮਾਰ ਚੀਜ਼ਾਂ ਸਨ ਜਿਹੜੀਆਂ ਉਸਤਾਦ ਤਜਮੁਲ ਕਲੀਮ ਜੀ ਕੋਲ ਸਿੱਖਣ ਨੂੰ ਮਿਲੀਆਂ ਤੇ ਇਸ ਬਿਨਾਂ ਤੇ ਜਿਹੜਾ ਨਾ ਉਹਨਾਂ ਨੂੰ ਉਸਤਾਦ ਕਹਿਣਾ ਮੈਂ। ਉਸਤਾਦ ਜੀ ਹੋਰਾਂ ਦੇ ਨਾਲ ਉੱਠਣ ਬਹਿਣ ਤੇ ਟਾਈਮ ਗੁਜ਼ਾਰਨ ਦੇ ਨਾਲ ਕੋਈ ਐਸਾ ਵਾਕਿਆ ਸਾਡੇ ਨਾਲ ਸ਼ੇਅਰ ਕਰੋ ਜਿਹਨੇ ਤੁਹਾਡੇ 'ਤੇ ਬਹੁਤ ਜ਼ਿਆਦਾ ਅਸਰ ਛੱਡਿਆ ਹੋਵੇ ਔਰ ਤੁਹਾਨੂੰ ਲੱਗਿਆ ਹੋਵੇ ਕਿ ਜਨਾਬ ਉਸਤਾਦ ਜੀ ਨੇ ਕਮਾਲ ਕਰਤਾ ਹੈ ਮੇਰੀ ਜ਼ਿੰਦਗੀ 'ਚ, ਸ਼ਾਇਦ ਹੋਰ ਕੋਈ ਬੰਦਾ ਇਸ ਤਰ੍ਹਾਂ ਨਾ ਇਹ ਮਾਮਲਾ ਜਿਹੜਾ ਹੈ ਨਾ ਤੁਹਾਨੂੰ ਸਮਝਾ ਸਕਦਾ। ਜੀ ਸ਼ਾਹ ਜੀ, ਬਿਲਕੁਲ ਆਪਣਾ ਇਹੋ ਜਿਹੇ ਕਈ ਵਾਕਿਆਤ ਨੇ ਜਿਹੜੇ ਦੱਸਣ ਦੇ ਕਾਬਿਲ ਨੇ ਤੇ ਤਜਮੁਲ ਕਲੀਮ ਜੀ ਨਾਲ ਗੁਜ਼ਾਰੇ ਇੱਕ ਪਲ ਜਿਹੜਾ ਨਾ ਉਹ ਦੱਸਣ ਦੇ ਕਾਬਿਲ ਹੈ। ਤੇ ਇੱਕ ਗੱਲ ਜਿਹੜੀ ਹੈ ਨਾ ਜੀ ਉਹ ਮੈਂ ਇੱਥੇ ਕਰਨਾ ਚਾਹਾਂਗਾ। ਤਜਮੁਲ ਕਲੀਮ ਜੀ ਜਿਹੜੇ ਸਨ ਉਹ ਜ਼ਾਤੀ ਤੌਰ 'ਤੇ ਮੁਹਿੱਬੇ ਅਹਿਲੇ ਬੈਤ ਜਿਹੜੇ ਸਨ ਉਹ ਬੜੇ ਵੱਡੇ ਮੁਹਿੱਬੇ ਅਹਿਲੇ ਬੈਤ ਸਨ। ਅਹਿਲੇ ਬੈਤ ਦੀ ਜਿਹੜੀ ਮੁਹੱਬਤ ਹੈ, ਇਸ਼ਕ ਹੈ, ਉਹਨਾਂ ਦੇ ਵਿੱਚ ਕੁੱਟ-ਕੁੱਟ ਕੇ ਭਰਿਆ ਸੀ। ਤੇ ਸਾਡਾ ਜਿਹੜਾ ਬੰਦਾ ਨਾ ਜੀ, ਮੇਰੇ ਵਰਗਾ ਜਾਂ ਅਦਬ ਦੇ ਨਾਲ ਜਿੰਦਾ ਥੋੜ੍ਹਾ ਬਹੁਤ ਤਾਲੁਕ ਹੈ, ਆ ਜਿਹੜਾ ਚੀਜ਼ਾਂ ਨੂੰ, ਲਫ਼ਜ਼ਾਂ ਨੂੰ, ਗੁਫ਼ਤਗੂ ਨੂੰ ਸਮਝਦਾ, ਉਹਨੂੰ ਜਿਹੜਾ ਨਾ ਕੋਈ ਵਾਕਿਆ ਸੁਣਾਉਣਾ ਜਾਂ ਗੱਲ ਸੁਣਾਉਣਾ ਤੇ ਉਹਦੇ ਉੱਤੇ ਗੱਲ ਤਾਰੀ ਕਰਨਾ ਬੜਾ ਮੁਸ਼ਕਿਲ ਹੁੰਦਾ, ਕਿਉਂਕਿ ਹਰ ਚੀਜ਼ ਜਿਹੜੀ ਹੈ ਨਾ ਉਹ ਪਰਫੈਕਟ ਚਾਹੀਦੀ ਹੁੰਦੀ, ਖਿਤਾਬਤ ਦੇ ਅਤਬਾਰ ਨਾਲ, ਆਵਾਜ਼ ਦੇ ਅਤਬਾਰ ਨਾਲ। ਤੇ ਤਜਮੁਲ ਕਲੀਮ ਜੀ ਮੈਂ ਬੜੇ ਜਿਹੜਾ ਨਾ ਜੀ ਉਹ ਖੁਤਾਬਾ ਕੋਲੋਂ, ਬੜੇ ਲੋਕਾਂ ਕੋਲੋਂ, ਮੋਟੀਵੇਸ਼ਨਲ ਸਪੀਕਰਾਂ ਕੋਲੋਂ ਵਾਕਿਆ ਕਰਬਲਾ ਸੁਣਿਆ, ਲੇਕਿਨ ਜਦੋਂ ਵਾਕਿਆ ਕਰਬਲਾ ਮੈਨੂੰ ਤਜਮੁਲ ਕਲੀਮ ਜੀ ਨੇ ਸੁਣਾਇਆ ਨਾ, ਅੱਲਾ 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 ਅੱਲਾ, ਇੱਕ ਇੱਕ ਲਫ਼ਜ਼, ਇੱਕ ਇੱਕ ਹਰਫ, ਇੱਕ ਇੱਕ ਲਫ਼ਜ਼ ਤੇ ਉਹਨਾਂ ਦਾ ਤਾਸੁਰ, ਲਫ਼ਜ਼ ਦੇ ਵਿੱਚ ਪੂਰੀ ਦਰਦ, ਹਰ ਚੀਜ਼ ਇੰਨੀ ਪਰਫੈਕਟ ਸੀ ਕਿ ਖੁਦ ਤੇ ਉਹ ਰੋਈਦੇ ਸਨ। ਉਹਨਾਂ ਸਾਨੂੰ ਵੀ ਜਿਹੜਾ ਨਾ ਉਹ ਇਸ ਹੱਦ ਤੱਕ ਰਵਾਇਆ ਕਿ ਮੈਂ ਜ਼ਿੰਦਗੀ 'ਚ ਇੰਨਾ ਜਿਹੜਾ ਨਾ ਜੀ ਉਹ ਵਾਕਿਆ ਕਰਬਲਾ ਸੁਣ ਕੇ ਨਹੀਂ ਰੋਇਆ। ਜਿੱਥੇ ਜਿੰਨੇ ਠਹਿਰਾਓ ਦੀ ਜ਼ਰੂਰਤ ਸੀ, ਜਿੱਥੇ ਜਿੰਨੀ ਮੁਹੱਬਤ ਦੀ ਜ਼ਰੂਰਤ ਸੀ, ਜਿੱਥੇ ਜਿੰਨੇ ਜਨਾਬ ਜਿਹੜਾ ਨਾ ਜੀ ਉਹ ਲਚਕ ਦੀ ਜ਼ਰੂਰਤ ਸੀ, ਹਰ ਚੀਜ਼ ਪਰਫੈਕਟ ਸੀ ਉਹਨਾਂ ਦੀ। ਤੇ ਤਜਮੁਲ ਕਲੀਮ ਦੀ ਸੁਹਬਤ ਦਾ ਸਭ ਤੋਂ ਵੱਡਾ ਫਾਇਦਾ ਜਿਹੜਾ ਮੈਨੂੰ ਇਹ ਹੋਇਆ ਨਾ, ਉਹ ਇਹ ਹੀ ਹੋਇਆ ਕਿ ਅਹਿਲੇ ਬੈਤ ਦੀ ਜਿਹੜੀ ਮੁਹੱਬਤ ਹੈ ਉਹ ਮੇਰੇ ਦਿਲ ਦੇ ਵਿੱਚ ਜਿਹੜਾ ਨਾ ਜੀ ਉਹ ਪਹਿਲੇ ਵੀ ਹੈ ਸੀ, ਕਿਉਂਕਿ ਅਸੀਂ ਮੁਸਲਮਾਨ ਹਾਂ ਤੇ ਸਾਨੂੰ ਤਾਂ ਜਿਹੜਾ ਨਾ ਜੀ ਉਹ ਮਾਂ ਦੀ ਜਿਹੜੀ ਉਹ ਕੋਖ ਹੈ ਉੱਥੋਂ ਹੀ ਜਿਹੜਾ ਨਾ ਗੁੱਟੀ ਦੇ ਵਿੱਚ ਹੀ ਮੁਹਿੱਬੇ ਅਹਿਲੇ ਬੈਤ, ਅਸੀਂ ਗੁੱਟੀ ਦੇ ਵਿੱਚ ਹੀ ਸਾਨੂੰ ਹੁਬ ਉਹਨਾਂ ਦੀ ਮਿਲੀ ਹੈ। ਤਜਮੁਲ ਕਲੀਮ ਸਾਹਿਬ ਦੀ ਸੁਹਬਤ ਨਾਲ ਜਿਹੜਾ ਨਾ ਮਜ਼ੀਦ ਪੋਲਿਸ਼ ਹੋਈ ਤੇ ਮਜ਼ੀਦ ਜਿਹੜਾ ਨਾ ਜੀ ਉਹ ਇਜ਼ਾਫਾ ਹੋਇਆ। ਤੇ ਇੱਕ ਗੱਲ ਜਿਹੜੀ ਹੋਰ ਕਾਬਲੇ ਜ਼ਿਕਰ ਉਹ ਇਹ ਕਿ ਤਜਮੁਲ ਕਲੀਮ ਸਾਹਿਬ ਨੂੰ ਮੈਂ ਪੁੱਛਿਆ, ਈਦ ਗੁਜ਼ਰੀ ਸੀ, ਮੈਂ ਕਿਹਾ ਜੀ ਤੁਹਾਡੀ ਈਦ ਕਿਸ ਤਰ੍ਹਾਂ ਗੁਜ਼ਰੀ ਹੈ? ਤੇ ਉਸਤਾਦ ਤਜਮੁਲ ਕਲੀਮ ਜੀ ਕਹਿੰਦੇ ਨੇ, ਯਾਸਿਨ ਬੇਟਾ ਹੁਣ ਤੇ ਇਹ ਵੀ ਨਹੀਂ ਪਤਾ ਕਿ ਈਦ ਹੁੰਦੀ ਕੀ ਹੈ। 12 ਈਦਾਂ ਮੇਰੀਆਂ ਇਹੋ ਜਿਹੀਆਂ ਗੁਜ਼ਰੀਆਂ ਨੇ ਕਿ ਸਾਡੇ ਘਰ ਪਤਾ ਵੀ ਨਹੀਂ ਹੁੰਦਾ ਸੀ ਕਿ ਅੱਜ ਈਦ ਹੈ।
ਤੇ ਫਿਰ ਮੈਂ ਜਿਹੜਾ ਨਾ ਜੀ ਉਹ ਮਸੱਲੇ ਤੇ ਡਿੱਗਿਆ ਸਜਦੇ 'ਚ, ਤੇ ਮੈਂ ਕਿਹਾ ਵੀ ਮਾਲਕ ਮੇਰੇ ਤੇ ਮਿਹਰਬਾਨੀ ਕਰ, ਮੈਂ ਅਜ਼ਮਾਇਸ਼ਾਂ ਜੋਗਾ ਨਹੀਂ। ਤੇ ਮਾਲਕ ਨੇ ਮੈਨੂੰ ਮਾਫ ਕਰ ਦਿੱਤਾ ਤੇ ਉਹਦੀ ਮਿਹਰ ਹੈ। ਤੇ ਫਿਰ ਉਸਤਾਦ ਤਜਮੁਲ ਕਲੀਮ ਨੇ ਇਹ ਗੱਲ ਕਰਕੇ ਤੇ ਫਿਰ ਮੈਨੂੰ ਨਾ 2 ਸ਼ੇਰ ਸੁਣਾਏ। ਕਹਿੰਦੇ ਕਿ ਮੈਂ ਇਹਦੇ ਤੇ 2 ਸ਼ੇਰ ਜਿਹੜਾ ਨਾ ਉਹ ਕਹੇ ਨੇ, ਉਹ ਵੀ ਜ਼ਰਾ ਸਮਾਤ ਕਰੋ। ਉਸਤਾਦ ਜੀ ਕਹਿੰਦੇ ਨੇ ਕਿ ਕਲੇ ਤੇ ਪਾਰ ਸੀ ਇੱਕ ਪਾਰ ਇੱਕੋ, ਕਦੇ ਉਹ ਯਾਰ ਸੀ ਇੱਕ ਯਾਰ ਇੱਕੋ। ਉਹ ਜਿੱਥੇ ਕੁੰਗਨੀਆਂ ਤੇ ਈਦ ਹੋਈ, ਉਹ ਜਿੱਥੇ ਕੁੰਗਨੀਆਂ ਤੇ ਈਦ ਹੋਈ, ਉਹ ਮੇਰਾ ਘਰ ਸੀ ਇੱਕ ਘਰ ਇੱਕੋ। ਤਜਮੁਲ ਕਲੀਮ ਜੀ ਦੇ ਇਹ 2 ਅਸ਼ਾਰ ਮੈਂ ਸੁਣੇ। ਤੇ ਤੀਸਰਾ ਸ਼ੇਰ ਜਿਹੜਾ ਨਾ ਜੀ ਉਹ ਇਹਦੇ ਵਿੱਚ ਇਜ਼ਾਫਾ ਕੀਤਾ ਰਾਏ ਨਾਸਰ ਖਲ ਸਾਹਿਬ ਨੇ। ਉਹਨਾਂ ਲਿਖਿਆ ਕਿ ਤਜਮੁਲ ਹੋਰ ਨਹੀਂ ਹੋਣਾ ਕਦੇ ਵੀ, ਤਜਮੁਲ ਹੋਰ ਨਹੀਂ ਹੋਣਾ ਕਦੇ ਵੀ, ਬਸ ਇਹੋ ਵਾਰ ਸੀ ਇੱਕ ਵਾਰ ਇੱਕੋ। ਇਹ ਗੱਲ ਤਾਂ ਬੜੀ ਮੰਨੀ ਪ੍ਰਮੰਨੀ ਹੈ ਕਿ ਚੜ੍ਹਦੇ ਪੰਜਾਬ ਵਿੱਚ ਜਨਾਬ ਸ਼ਿਵ ਕੁਮਾਰ ਬਟਾਲਵੀ ਹੋਰੀ ਜਿਹੜੇ ਨੇ ਉਹਨਾਂ ਦਾ ਯਾਨੀ ਤੂਤੀ ਬੋਲਦਾ ਹੈ, ਤੇ ਉਹ ਬਹੁਤ ਵੱਡੇ ਮਹਾਨ ਸ਼ਾਇਰ ਹੋਏ ਨੇ। ਤੇ ਸਾਡੇ ਜਿਹੜੇ ਲਹਿੰਦੇ ਪੰਜਾਬ 'ਚ ਅਗਰ ਅਸੀਂ ਉਸਤਾਦ ਤਜਮੁਲ ਕਲੀਮ ਹੋਰਾਂ ਦੀ ਗੱਲ ਕਰੀਏ, ਤੇ ਤੁਸੀਂ ਇਹਨੂੰ ਕਿਵੇਂ ਇਹਦਾ ਜਿਹੜਾ ਉਹ ਨਿਖੇੜਾ ਕਰੋਗੇ ਜਾਂ ਇਹਦਾ ਵੇਰਵਾ ਕਰੋਗੇ? ਜੀ ਸ਼ਾਹ ਜੀ, ਸ਼ਿਵ ਕੁਮਾਰ ਬਟਾਲਵੀ ਨੇ ਪੰਜਾਬੀ ਨਜ਼ਮ ਨੂੰ ਇੱਕ ਜਿਹੜਾ ਨਾ ਜੀ ਉਹ ਅਨਹੋਣੀ ਗਹਿਰਾਈ ਦਿੱਤੀ, ਜਿਹਦੇ ਵਿੱਚ ਦਰਦ, ਜਨੂਨ ਤੇ ਕਿਤੇ ਕਿਤੇ ਅਨਕਾਰ ਦਾ ਜਿਹੜਾ ਨਾ ਅਨਸਰ ਉਹ ਵੀ ਨਜ਼ਰ ਆਉਂਦਾ ਹੈ। ਲੇਕਿਨ ਦੂਸਰੀ ਤਰਫ ਉਸਤਾਦ ਤਜਮੁਲ ਕਲੀਮ ਜੀ ਨੇ ਪੰਜਾਬੀ ਗਜ਼ਲ ਨੂੰ ਇੱਕ ਜਿਹੜਾ ਨਾ ਨਵੀਂ ਜਮਾਲਿਆਤ ਜਿਹੜੀ ਉਹ ਬਖਸ਼ੀ ਹੈ। ਤੇ ਉਸਤਾਦ ਤਜਮੁਲ ਕਲੀਮ ਜੀ ਨੇ ਪੰਜਾਬੀ ਗਜ਼ਲ ਨੂੰ ਉੱਥੇ ਲੈ ਗਏ ਨੇ ਕਿ ਜਿੱਥੇ ਹਸਾਸੀਅਤ, ਸਾਦਗੀ ਤੇ ਤਹਿਜ਼ੀਬ ਬੈਕ ਵਕਤ ਤਿੰਨੇ ਇਕੱਠੇ ਹੁੰਦੇ ਨੇ। ਮੈਂ ਅਗਰ ਮਜਮੂਈ ਤੌਰ ਤੇ ਤੁਸੀਂ ਪੁੱਛੋ ਤੇ ਮੈਂ ਇਹ ਕਹਾਂਗਾ ਕਿ ਸ਼ਿਵ ਕੁਮਾਰ ਬਟਾਲਵੀ ਜੀ ਨੇ ਜਿਹੜੇ ਉਹ ਪੰਜਾਬੀ ਨਜ਼ਮ ਦੇ ਸਿਤਾਰੇ ਸਨ, ਤੇ ਉਸਤਾਦ ਤਜਮੁਲ ਕਲੀਮ ਜਿਹੜੇ ਨੇ ਉਹ ਪੰਜਾਬੀ ਗਜ਼ਲ ਦਾ ਜਿਹੜਾ ਵਕਾਰ ਸਨ। ਤੇ ਦੋਵੇਂ ਬਾਦਸ਼ਾਹ ਨੇ, ਦੋਵਾਂ ਦਾ ਹੀ ਮੁਕਾਮ ਜਿਹੜਾ ਨਾ ਉਹ ਆਪਣੀ ਆਪਣੀ ਥਾਂ ਤੇ ਬਹੁਤ ਵੱਡਾ ਹੈ। ਅੱਛਾ, ਉਸਤਾਦ ਤਜਮੁਲ ਕਲੀਮ ਹੋਰਾਂ ਦਾ ਜਿਹੜਾ ਤੁਸੀਂ ਦੇਖਿਆ, ਤੁਸੀਂ ਜ਼ਾਹਿਰ ਉਹ ਉਮਰ 'ਚ ਵੱਡੇ ਸਨ, ਤੁਸੀਂ ਛੋਟੇ ਬੱਚਿਆਂ ਦੀ ਤਰ੍ਹਾਂ ਉਹਨਾਂ ਦੇ, ਤੁਹਾਨੂੰ ਪੁੱਤਰ ਵੀ ਉਹ ਜਿਹੜਾ ਸੀ ਬੜੇ ਯਾਨੀ ਤੁਆਤਰ ਦੇ ਨਾਲ ਤੇ ਬੜੀ ਮੁਹੱਬਤ ਦੇ ਨਾਲ ਕਹਿੰਦੇ ਸੀ। ਤੇ ਉਹਨਾਂ ਦਾ ਜਿਹੜਾ ਮਜਮੂਈ ਮਿਜ਼ਾਜ ਸੀ ਉਹਦੇ ਬਾਰੇ ਸਾਨੂੰ ਦੱਸੋ ਵੀ ਉਸਤਾਦ ਤਜਮੁਲ ਕਲੀਮ ਹੋਰੀ ਕਿਸ ਤਰ੍ਹਾਂ ਦਾ ਯਾਨੀ ਗੁੱਸਾ ਜਾਂ ਖੁਸ਼ੀ ਦਾ ਇਜ਼ਹਾਰ ਕਰ? ਜੀ ਸ਼ਾਹ ਜੀ, ਬੜਾ ਅੱਛਾ ਸਵਾਲ ਹੈ। ਤਜਮੁਲ ਕਲੀਮ ਜੀ ਇਹੋ ਜਿਹੀ ਸ਼ਖਸੀਅਤ ਸਨ ਕਿ ਜਿਨ੍ਹਾਂ ਦਾ ਜਿਹੜਾ ਨਾ ਉਹ ਨਾ ਘੱਟ ਗੱਲ ਕਰਦੇ ਸਨ ਤੇ ਨਾ ਵੱਧ ਗੱਲ ਕਰਦੇ ਸਨ। ਮੌਕੇ ਦੀ ਮੁਨਾਸਬਤ ਦੇ ਨਾਲ ਜਿਹੋ ਜਿਹਾ ਉਹਨਾਂ ਨੂੰ ਹੋਣਾ ਚਾਹੀਦਾ ਹੈ, ਉਹਨਾਂ ਦੀ ਸ਼ਖਸੀਅਤ ਜਿਹੜੀ ਸੀ ਉਹਦੇ ਜਿਹੜਾ ਨਾ ਮੁਤਾਬਿਕ ਹੀ ਸਨ। ਤਜਮੁਲ ਕਲੀਮ ਜਿਹੜਾ ਮਜਮੂਈ ਤੌਰ ਤੇ ਜਿਹੜਾ ਨਾ ਉਹ ਨਰਮ ਦਿਲ ਆਦਮੀ ਸਨ, ਤੇ ਇੱਕ ਬੜੇ ਨਰਮ ਤੇ ਮੁਹੱਬਤ ਵਾਲੇ ਲਹਿਜੇ ਨਾਲ ਉਹ ਗੱਲ ਕਰਦੇ ਸਨ। ਤੇ ਆਪਦੀ ਗੱਲ ਨੂੰ ਜਿੱਥੇ ਉਹਨਾਂ ਦੇ ਲਫ਼ਜ਼ਾਂ ਦੇ ਵਿੱਚ ਖਨਕ ਹੋਣੀ ਚਾਹੀਦੀ ਉੱਥੇ ਖਨਕ ਹੁੰਦੀ ਸੀ, ਜਿੱਥੇ ਮੁਹੱਬਤ ਹੋਣੀ ਚਾਹੀਦੀ ਉੱਥੇ ਮੁਹੱਬਤ ਹੁੰਦੀ ਸੀ, ਜਿੱਥੇ ਨਰਮੀ ਹੋਣੀ ਚਾਹੀਦੀ ਉੱਥੇ ਨਰਮੀ ਹੁੰਦੀ ਸੀ। ਜਦੋਂ ਕਿਸੇ ਨੂੰ ਸਮਝਾਉਂਦੇ ਸਨ ਜਾਂ ਕਿਸੇ ਦੀ ਤਾਰੀਫ ਕਰਦੇ ਸਨ, ਕਿਸੇ ਨਾਲ ਮੁਹੱਬਤ ਕਰਦੇ ਸਨ, ਤੇ ਬਿਲਕੁਲ ਐਵੇਂ ਮਹਿਸੂਸ ਹੁੰਦਾ ਸੀ ਜਿਵੇਂ ਇੱਕ ਜਿਹੜਾ ਨਾ ਜੀ ਉਹ ਬਾਪ ਆਪਣੇ ਕਮ ਉਮਰ ਬੱਚੇ ਨੂੰ ਸਰਾਹਦਾ ਹੈ, ਪਿਆਰ ਕਰਦਾ ਹੈ, ਮੁਹੱਬਤ ਕਰਦਾ ਹੈ ਤੇ ਗੱਲ ਸਮਝਾਉਂਦਾ ਹੈ। ਤੇ ਜਦੋਂ ਤਜਮੁਲ ਕਲੀਮ ਜੀ ਕਿਸੇ ਨਾਲ ਗੁੱਸਾ ਕਰਦੇ ਸਨ ਤੇ ਗੁੱਸੇ ਦੇ ਵਿੱਚ ਅਗਰ ਉਹ ਕੋਈ ਲਫ਼ਜ਼ ਬੋਲਦੇ ਸਨ ਤੇ ਉਹ ਬਿਲਕੁਲ ਸਿਚੁਏਸ਼ਨ ਦੇ ਮੁਤਾਬਿਕ ਬੋਲਦੇ ਸਨ, ਜਿੱਥੇ ਜਿੰਨੇ ਲਫ਼ਜ਼ਾਂ ਦੀ ਜ਼ਰੂਰਤ ਹੈ। ਪਹਿਲੇ ਤਾਂ ਇਹ ਕਿ ਇਹੋ ਜਿਹੀ ਨੌਬਤ ਕਦੀ ਆਈ ਨਹੀਂ, ਲੇਕਿਨ ਅਗਰ ਕਦੀ ਵੀ ਮਹਿਸੂਸ ਹੋਇਆ ਨਾ ਕਿ ਇੱਕ ਗੱਲ ਤੋਂ ਮੈਨੂੰ ਉਹ ਹਟਾਉਣਾ ਚਾਹ ਰਹੇ ਨੇ, ਤੇ ਫਿਰ ਤਜਮੁਲ ਕਲੀਮ ਜੀ ਜਿਹੜਾ ਨਾ ਉਹ ਕੋਈ ਸ਼ੋਰ ਸ਼ਰਾਬਾ, ਚੀਖ ਪੁਕਾਰ ਇਸ ਤਰ੍ਹਾਂ ਦਾ ਕੋਈ ਸਿਲਸਿਲਾ ਨਹੀਂ ਸੀ, ਬਲਕਿ ਇੱਕ ਲੰਬੀ ਖਾਮੋਸ਼ੀ ਉਹਨਾਂ ਦੀ ਹੁੰਦੀ ਸੀ, ਤੇ ਜਿਹੜਾ ਨਾ ਸਾਰਾ ਅਸਰ ਛੱਡ ਜਾਂਦੀ ਸੀ ਤੇ ਸਮਝ ਲੱਗ ਜਾਂਦੀ ਸੀ ਕਿ ਇਹ ਗੱਲ ਜਿਹੜੀ ਹੈ ਨਾ ਉਸਤਾਦ ਜੀ ਨੂੰ ਨਾਗਵਾਰ ਗੁਜ਼ਰੀ ਹੈ। ਅੱਛਾ, ਤੁਸੀਂ ਕਲਾਮ ਵੀ ਮਾਸ਼ਾਅੱਲਾ ਬਹੁਤ ਵਧੀਆ ਔਰ ਬੜੇ ਦਿਲਸੋਜ਼ ਅੰਦਾਜ਼ ਦੇ ਨਾਲ ਪੜ੍ਹਦੇ ਹੋ, ਔਰ ਤੁਹਾਡਾ ਜਿਹੜਾ ਅੰਦਾਜ਼ ਹੈ ਉਹ ਬੜਾ ਮਕਬੂਲ ਵੀ ਹੈ। ਤੇ ਉਸਤਾਦ ਤਜਮੁਲ ਕਲੀਮ ਹੋਰਾਂ ਦਾ ਕੋਈ ਪਸੰਦੀਦਾ ਕਲਾਮ ਸਾਨੂੰ ਸੁਣਾਓ, ਸਾਡੇ ਸੁਣਨ ਵਾਲਿਆਂ ਵਾਸਤੇ। ਜੀ ਸ਼ਾਹ ਜੀ, ਮੈਂ ਸੁਣਾਣਾ। ਦਿਨ ਤੇ ਗਿਨ ਮੈਂ ਮਰ ਜਾਣਾ ਹੀ, ਤੇਰੇ ਬਿਨ ਮੈਂ ਮਰ ਜਾਣਾ ਹੀ, ਮੈਂ ਗੁੱਡੀ ਦੇ ਕਾਗਜ਼ ਵਰਗਾ, ਤੂੰ ਕਿਨ ਮਿਨ ਮੈਂ ਮਰ ਜਾਣਾ ਹੀ, ਜਿਹੜੇ ਦਿਨ ਤੂੰ ਕੰਡ ਕਰਨੀ ਹੈ ਉਸੇ ਦਿਨ ਮੈਂ ਮਰ ਜਾਣਾ ਹੀ, ਮੇਰੇ ਕੱਦ ਨੂੰ ਤੋਲ ਰਿਹਾ ਹੈ, ਤੋਲ ਨਾ ਮਿਨ ਮੈਂ ਮਰ ਜਾਣਾ ਹੀ, ਜਾਨ ਦੀ ਬੋਲੀ ਲਾ ਦਿੱਤੀ ਓ 1 2 3 ਮੈਂ ਮਰ ਜਾਣਾ ਹੀ।